ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੁਸੀਂ ਦੱਸੋ ਸਾਨੂੰ ਕਿ ਜਿਹੜਾ ਪ੍ਰੋਗਰਾਮ ਰੱਖਿਆ ਹੈ ਉਹ ਕਿਸ ਵਾਸਤੇ ਰੱਖਿਆ ਹੈ ਤੇ ਉਹ ਦੱਸੋ ਸਾਰਾ ਕੁਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਬੜਭਾਗੀ ਸਮਝਦਾ ਹਾਂ ਆਪਣੇ ਆਪ ਨੂੰ ਕਿ ਸਮੁੱਚੀ ਸਾਧ ਸੰਗਤ ਜਿਹੜੀ ਇੱਥੇ ਬੈਠੀ ਹੈ, ਅੱਜ ਅਸੀਂ ਇਸ ਗੁਰਦੁਆਰਾ ਦਮਦਮਾ ਸਾਹਿਬ HMT ਸਾਹਿਬ ਦੇ ਜਿਹੜੀ ਕਿ ਇੱਕ ਹਿਸਟਰੀ ਬਣੀ ਹੈ ਅੱਜ ਕਿ ਸਾਡਾ ਜਿਹੜਾ ਪੁਰਾਣਾ ਗੁਰਦੁਆਰਾ ਸੀ ਇੱਥੇ ਰੋਡ ਵਾਈਡਨਿੰਗ ਵਿੱਚ ਆ ਗਿਆ। ਉਸ ਤੋਂ ਬਾਅਦ ਇੱਥੋਂ ਦੀ ਸੰਗਤ ਨੇ ਬੜੀ ਸਟਰਗਲ ਦੇ ਨਾਲ ਇਸ ਗੁਰਦੁਆਰੇ ਦੀ ਉਸਾਰੀ ਸ਼ੁਰੂ ਕੀਤੀ। ਤਾਂ ਫਿਰ ਇੱਥੋਂ ਦੇ ਜਿਹੜਾ ਲੈਂਡਲਾਰਡ ਸੀ ਉਸਨੇ ਸਾਨੂੰ ਹਾਈ ਕੋਰਟ ਵਿੱਚ ਚੈਲੰਜ ਕਰਕੇ ਉਹ ਜਿਹੜਾ ਸਾਡਾ ਨੋਟੀਫਿਕੇਸ਼ਨ ਸੀ ਗੌਰਮੈਂਟ ਨੂੰ ਚੈਲੰਜ ਕਰ ਦਿੱਤਾ। ਪਰ ਇੱਥੋਂ ਦੀ ਸੰਗਤ ਨੇ ਹਿੰਮਤ ਨਹੀਂ ਹਾਰੀ, ਨੌਜਵਾਨਾਂ ਨੇ, ਬੱਚਿਆਂ ਨੇ, ਇੱਥੋਂ ਦੀ ਸਮੁੱਚੀ ਸਾਧ ਸੰਗਤ ਨੇ ਉਹਦਾ ਮੁਕਾਬਲਾ ਉੱਥੇ ਕਰਦੇ ਹੋਏ ਫਿਰ ਜਦੋਂ UT ਹੁਕੂਮਤ ਇੱਥੇ ਆਈ, ਕਨਵਰਟ ਹੋ ਗਿਆ ਸਾਡਾ ਸਟੇਟ UT ਦੇ ਵਿੱਚ, ਤਾਂ ਫਿਰ ਨਵੀਂ ਨੋਟੀਫਿਕੇਸ਼ਨ ਕੱਢਣ ਤੋਂ ਬਾਅਦ ਇਸ ਗੁਰਦੁਆਰੇ ਦੀ ਉਸਾਰੀ ਸ਼ੁਰੂ ਹੋਈ। ਔਰ ਮੈਂ ਸੱਚਮੁੱਚ ਅੱਜ ਇਹ ਸਾਰੀ ਸਮੁੱਚੀ ਸਾਧ ਸੰਗਤ ਨਾਲ ਲੈ ਕੇ ਇਹ ਚੀਜ਼ ਆਖਣਾ ਚਾਹੁੰਦਾ ਕਿ ਇੱਕ ਹਿਸਟੋਰੀਕਲ ਅੱਜ ਇਵੈਂਟ ਹੈ ਸਾਡਾ। ਅੱਜ ਦਾ ਪ੍ਰੋਗਰਾਮ ਜਿਹੜਾ ਹੈ ਇਸ ਗੁਰਦੁਆਰੇ ਦੀ ਨਵੀਂ ਉਸਾਰੀ ਦੇ ਸਿਲਸਿਲੇ ਵਿੱਚ ਖੁਸ਼ੀ ਦੇ ਮੁਕਾਮ ਦੇ ਵਿੱਚ ਅੱਜ ਸਮੁੱਚੀ ਸਾਧ ਸੰਗਤ ਨੇ ਮਿਲ ਕੇ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹਨ। ਆਰੰਭ ਕਰਵਾਉਣ ਤੋਂ ਉਪਰੰਤ ਐਤਵਾਰ ਨੂੰ ਭੋਗ ਪਏਗਾ ਜਿਸ ਦੇ ਵਿੱਚ ਰਾਗੀ ਕੀਰਤਨ ਸੁਣਾਉਣਗੇ ਸਾਨੂੰ। ਇੱਥੋਂ ਦੀ ਸੰਗਤ ਸਾਰੀ ਇੱਥੇ ਸ਼ਮੂਲੀਅਤ ਹੋ ਕੇ ਲੰਗਰ ਪ੍ਰਸ਼ਾਦੇ ਸਾਰਾ ਕੁਝ ਤਿਆਰ ਕਰਕੇ ਇੱਥੇ ਖੁਸ਼ੀ ਦੇ ਵਿੱਚ ਸਮੁੱਚੀ ਸਾਧ ਸੰਗਤ ਨੂੰ ਅਸੀਂ ਅੱਜ ਦੇ ਦਿਨ ਦੀ ਇਸ ਤੋਂ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਔਰ ਜਿਹੜਾ ਸਾਡਾ ਚੈਨਲ ਜਿਹੜੇ ਇੱਥੇ ਚੱਲ ਰਿਹਾ ਹੈ ਇਸ ਦਾ ਵੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਇਸ ਚੀਜ਼ ਨੂੰ ਅਵਲੀਨ ਫੁਰਸਤ 'ਤੇ ਹਾਈਲਾਈਟ ਕੀਤਾ ਹੈ। ਜਿਹੜਾ ਕਿ ਇੱਕ ਬਹੁਤ ਹੀ ਯੰਗ ਨੌਜਵਾਨ ਜਿਹੜੇ ਹਨ ਇਹਨਾਂ ਨੂੰ ਸਪਿਰਿਟ ਹੈ, ਮੈਂ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਕਰਦਾ ਹਾਂ। ਸੋ ਇਹ ਅੱਜ ਨਵੀਂ ਉਸਾਰੀ 'ਤੇ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਤੋਂ ਉਪਰੰਤ ਅਤੇ ਨਾਲ ਉਸ ਨੋਟੀਫਿਕੇਸ਼ਨ ਦੇ ਜਵਾਬ ਦੇ ਵਿੱਚ ਸਾਡੀ, ਕਿਉਂਕਿ ਨੋਟੀਫਿਕੇਸ਼ਨ ਜਿਹੜੀ ਹੈ ਸਟਰਗਲ ਹੈ, ਉਹ 12 ਮਰਲੇ ਦੀ 7 ਮਰਲੇ 'ਚ ਅਸੀਂ ਗੁਰਦੁਆਰਾ ਬਣਾਇਆ ਹੈ। ਸਮੁੱਚੀ ਸਾਧ ਸੰਗਤ ਫਿਰ ਸ਼ੁਰੂ ਤੋਂ ਉਸੇ ਸਿਲਸਿਲੇ ਵਿੱਚ ਜਾ ਕੇ ਨਵੀਂ ਉਸਾਰੀ ਦੇ ਸਿਲਸਿਲੇ ਵਿੱਚ ਹੋਰ ਜ਼ਮੀਨ ਦੇ ਲੜਾਈ ਕਰੇਗੀ। ਜਿੱਥੇ ਤੱਕ ਜਾਣਾ ਪਏ ਅਸੀਂ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਇਹ ਗੁਰਦੁਆਰਾ HMT ਸਾਹਿਬ 1992 ਦੇ ਬਾਅਦ ਜਿਹੜਾ ਅਸੀਂ ਇਹ ਬਿਲਡਿੰਗ ਜਿਹੜੀ ਹੈ ਇੱਥੇ ਛੋਟੀ ਜਿਹੀ ਬਣਾਈ ਸੀ, ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਉਸ ਟਾਈਮ 'ਤੇ ਬਹੁਤ ਘੱਟ ਸੰਗਤ ਸੀ ਇਸ ਏਰੀਏ ਦੇ ਵਿੱਚ, ਜਿਹੜਾ ਕਿ ਗੁਰਦੁਆਰੇ ਦੀ ਸੇਵਾ ਚੰਗੀ ਤਰ੍ਹਾਂ ਉਸ ਟਾਈਮ 'ਤੇ ਅਸੀਂ ਨਹੀਂ ਕਰ ਸਕੇ। ਲੇਕਿਨ ਬਾਅਦ ਵਿੱਚ ਥੋੜ੍ਹੀ ਸੰਗਤ ਇਕੱਠੀ ਹੁੰਦੀ ਗਈ। ਉਸ ਤੋਂ ਉਪਰੰਤ ਸਾਰਿਆਂ ਨੂੰ ਸੇਵਾ ਦਿੱਤੀ ਗਈ ਕਿ ਹਰ ਦਿਨ ਜਿਹੜਾ ਵੀ ਘਰ ਇੱਥੇ ਵਸਿਆ ਆ ਕੇ ਉਹਨਾਂ ਨੂੰ ਅਸਾਂ ਨੇ ਰਿਕੁਐਸਟ ਕੀਤੀ ਕਿ ਤੁਸੀਂ ਇੱਥੇ ਡੇਲੀ ਚਾਹ ਦਾ ਲੰਗਰ ਇੱਕ ਬੰਦਾ ਕਰੇਗਾ, ਉਹ ਉਗਰਾਹੀ ਵੀ ਕਰੇਗਾ ਅਤੇ ਨਾਲ ਗੁਰਦੁਆਰਾ ਸਾਹਿਬ ਵਾਸਤੇ ਜਿੰਨੇ ਪੈਸੇ ਇਕੱਠੇ ਹੋਣਗੇ ਸ਼ਾਮ ਨੂੰ ਰਸੀਦ ਕਟਾ ਕੇ ਗੁਰਦੁਆਰਾ ਸਾਹਿਬ ਨੂੰ ਪੇਸ਼ ਕਰੇਗਾ। ਅਤੇ ਉਸ ਤੋਂ ਉਪਰੰਤ ਜਿਹੜਾ ਹੈ ਸਾਡਾ ਗੁਰਦੁਆਰਾ ਸਾਹਿਬ ਇੱਥੇ ਕਾਫੀ ਮਿਹਨਤ ਅਤੇ ਮੁਸ਼ੱਕਤ ਦੇ ਨਾਲ ਬਣਾਇਆ ਗਿਆ। ਜਿਸ ਵੇਲੇ ਇੱਥੇ ਝਗੜਾ ਹੋ ਗਿਆ ਤਾਂ ਉਸ ਤੋਂ ਬਾਅਦ ਸਾਡਾ ਗੁਰਦੁਆਰਾ ਸਾਹਿਬ ਇੱਥੇ ਥੋੜ੍ਹਾ ਬਹੁਤਾ ਇਸ ਦੇ ਵਿੱਚ ਆਇਆ ਸਾਹਮਣੇ ਸੰਗਤਾਂ ਦੇ। ਅਤੇ ਉਸ ਤੋਂ ਉਪਰੰਤ ਜਿਹੜਾ ਹੈ ਸਾਡੇ ਗੁਰਦੁਆਰਾ ਸਾਹਿਬ ਦਾ ਇਹ ਜਗ੍ਹਾ ਜਿਹੜੀ ਹੈ ਉਹ ਅਸੀਂ 9 ਕਨਾਲ 3 ਮਰਲੇ ਜਗ੍ਹਾ ਇੱਥੇ 9 ਬੰਦਿਆਂ ਨੇ ਲੈ ਲਈ। 3 ਕਨਾਲ 3 ਮਰਲੇ ਜਿਹੜੀ ਜਗ੍ਹਾ ਸੀ ਉਹ ਗੁਰਦੁਆਰਾ ਸਾਹਿਬ ਵਾਸਤੇ ਅਸੀਂ ਰੱਖ ਛੱਡੀ। ਅਤੇ ਉਸ ਦੇ ਵਿੱਚ ਬਾਅਦ ਵਿੱਚ ਸਾਨੂੰ ਬੜੀਆਂ ਅੜਚਣਾਂ ਆਈਆਂ, ਕਿਉਂਕਿ ਗੁਰਦੁਆਰਾ ਸਾਹਿਬ ਇੱਥੇ ਜ਼ਿਆਦਾ ਮੁਸਲਮਾਨਾਂ ਦੀ ਵਸੋਂ ਸੀ, ਜਿਸ ਦੀ ਕਰਕੇ ਉਹ ਸਾਨੂੰ ਇਤਰਾਜ਼ ਕਰਦੇ ਸਨ, ਅਸੀਂ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਨਹੀਂ ਬਣਾਉਣ ਦਿਆਂਗੇ। ਲੇਕਿਨ ਮਹਾਰਾਜ ਦਾ ਕ੍ਰਿਸ਼ਮਾ ਐਸਾ ਹੋਇਆ ਕਿ ਉਹਨਾਂ ਨੇ ਆਪਣੇ ਆਪ ਹੀ ਫਿਰ ਉਹ ਸਾਡੇ ਕੋਲੋਂ ਦੂਰ ਹੋ ਗਏ ਅਤੇ ਇੱਥੇ ਮਹਾਰਾਜ ਦੀ ਐਸੀ ਕਿਰਿਆ ਵਰਤੀ ਕਿ ਜਿਹੜਾ ਵੀ ਬੰਦਾ ਗੁਰਦੁਆਰੇ ਸਾਹਿਬ ਨਾਲ ਅੜਿਆ ਉਸ ਨੂੰ ਗੁਰੂ ਸਾਹਿਬ ਨੇ ਐਸਾ ਸੁੱਟਿਆ ਕਿ ਉਹ ਦੁਬਾਰਾ ਉੱਠ ਨਹੀਂ ਸਕਿਆ। ਇੱਥੇ DC ਸ੍ਰੀਨਗਰ ਆਈ ਸਾਡੇ ਕੋਲ, ਲੇਡੀ DC ਸੀ। ਉਹਨੇ ਸਾਨੂੰ ਆ ਕੇ ਪੁੱਛਿਆ ਕਿ ਬਈ ਇਹ ਤੁਸੀਂ ਗੁਰਦੁਆਰਾ ਸਾਹਿਬ ਤੁਹਾਡਾ ਇਤਿਹਾਸਕ ਕਿਸ ਤਰ੍ਹਾਂ ਹੈ।
ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ 47 ਦੇ ਵਿੱਚ ਜਿਸ ਵੇਲੇ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਬਾਰਾਮੂਲਾ ਤੇ ਹੋਰਾਂ ਪਿੰਡਾਂ ਛੇੜਾਂ ਦੇ ਗ੍ਰਾਂ ਦੇ ਪਿੰਡ ਲੋਕ ਨੱਸਦੇ ਸਿੱਧੇ ਏਅਰਪੋਰਟ ਵੱਲ ਜਾਣ ਨੂੰ ਚੱਲਦੇ ਸਨ, ਤੇ ਰਸਤੇ ਵਿੱਚ ਬਹੁਤ ਕਾਂਡ ਹੋਇਆ, ਜਿਸ ਦੇ ਵਿੱਚ ਬਹੁਤ ਸਾਰੇ ਸਿੰਘ ਮਾਰੇ ਗਏ। ਤੇ ਉਸ ਤੋਂ ਉਪਰੰਤ ਫਿਰ ਸੈਂਟਰ ਗੌਰਮੈਂਟ ਨੂੰ, ਕਿਉਂਕਿ ਇੱਥੇ ਹਿੰਦੂਆਂ ਦਾ ਰਾਜ ਸੀ, ਇੱਥੇ ਬਾਦਸ਼ਾਹ ਹਿੰਦੂ ਸੀ, ਤੇ ਉਸ ਨੇ ਕੀ ਕੀਤਾ, ਚੁੱਪਚਾਪ ਉੱਠ ਕੇ ਜੰਮੂ ਨੱਸ ਗਿਆ, ਤੇ ਜਿਸ ਦੀ ਵਜ੍ਹਾ ਕਰਕੇ ਇੱਥੇ ਸਿੱਖਾਂ ਦਾ ਬਹੁਤ ਕਾਂਡ ਹੋਇਆ। ਉਸ ਤੋਂ ਬਾਅਦ ਸੈਂਟਰ ਗੌਰਮੈਂਟ ਨੇ ਫਿਰ ਇੱਥੇ ਸਿੱਖ ਰੈਜੀਮੈਂਟ ਭੇਜੀ, ਫਸਟ ਪਟਿਆਲਾ ਸਿੱਖ ਰੈਜੀਮੈਂਟ, ਤੇ ਉਸ ਨੇ ਆ ਕੇ ਜਿਸ ਵੇਲੇ ਇੱਥੇ ਇਹਨਾਂ ਨੂੰ ਨਸਾਇਆ ਕਬਾਲੀਆਂ ਨੂੰ, ਤੇ ਉਸ ਟਾਈਮ 'ਤੇ ਜਿਹੜਾ ਹੈ ਕਬਾਲੀ ਦੀ ਅੱਗੇ ਨੱਸ ਗਏ, ਤੇ ਪਿੱਛੇ ਸਿੰਘ ਜਿਹੜੇ ਸਿੱਖ ਰੈਜੀਮੈਂਟ ਦੇ ਸਿੰਘ ਸਨ ਉਹ ਕਾਫੀ ਸਾਰੇ ਸ਼ਹੀਦ ਹੋ ਗਏ, ਕਿਉਂਕਿ ਉਹਨਾਂ ਦੇ ਕੋਲ ਵੀ ਬਹੁਤ ਅਸਲਾ ਸੀ, ਜਿਸ ਦੀ ਵਜ੍ਹਾ ਕਰਕੇ ਇੱਥੇ ਜਿਹੜਾ ਸਿੱਖਾਂ ਦਾ ਕਾਂਡ ਹੋਇਆ ਬਹੁਤ। ਇਸ ਕਰਕੇ ਇਸ ਜਗ੍ਹਾ ਦਾ ਨਾਂ ਅਸੀਂ ਜਿਹੜਾ ਹੈ ਉਹ ਇਤਿਹਾਸਕ ਨਾਂ ਰੱਖਿਆ ਹੈ ਗੁਰਦੁਆਰਾ ਦਮਦਮਾ ਸਾਹਿਬ। ਇੱਥੇ ਆ ਕੇ ਦਮ ਲਿਆ ਸਾਰਿਆਂ ਨੇ, ਜੋ ਬਾਰਾਮੂਲੇ ਤੋਂ ਆਇਆ ਉਹਨੇ ਆ ਕੇ ਇੱਥੇ ਦਮ ਲਿਆ, ਚਾਹ ਪਾਣੀ ਦੀ ਸੇਵਾ ਹੋਈ ਉਹਨਾਂ ਦੀ, ਇੱਥੇ ਜਿਹੜੇ ਸਿੱਖ ਰੈਜੀਮੈਂਟ ਦੇ ਬੰਦੇ ਆਏ ਉਹਨਾਂ ਦੀ ਵੀ ਸੇਵਾ ਕੀਤੀ ਗਈ। ਉਸ ਤੋਂ ਉਪਰੰਤ ਇਹ ਕਬਾਲੀਆਂ ਨੂੰ ਉਠਾਉਂਦੇ ਬਾਰਾਮੂਲਾ ਵਿੱਚ ਪਹੁੰਚੇ, ਉੱਥੇ ਜਾ ਕੇ ਫਿਰ ਸਿੰਘਾਂ ਨੇ ਆਪਣਾ ਕਬਜ਼ਾ ਪੂਰਾ ਜਮਾਇਆ। ਮੈਂ ਸੈਂਟਰ ਗੌਰਮੈਂਟ ਨੂੰ 1992 ਤੋਂ ਲੈ ਕੇ ਅੱਜ ਤੱਕ ਸੈਂਟਰ ਗੌਰਮੈਂਟ ਨੂੰ ਪੂਰੇ ਹਰ ਹਫ਼ਤੇ ਇੱਕ ਲੈਟਰ ਜ਼ਰੂਰ ਲਿਖਦਾ ਸਾਂ। ਸੈਂਟਰ ਗੌਰਮੈਂਟ ਡਿਪਾਰਟਮੈਂਟਾਂ ਨੂੰ, ਸੈਂਟਰ ਗੌਰਮੈਂਟ ਦੀ ਜਿੰਨੀਆਂ ਵੀ ਅਥਾਰਟੀਆਂ, ਇਹ ਨੈਸ਼ਨਲ ਹਾਈਵੇ ਦੀਆਂ ਅਥਾਰਟੀਆਂ, ਉਹਨਾਂ ਨੂੰ ਅਸੀਂ ਲੈਟਰ ਲਿਖਦੇ ਰਹੇ ਹਾਂ ਤਾਂ ਕਿ ਉਹਨਾਂ ਦੇ ਕੰਨ ਖੁੱਲ੍ਹੇ ਰਹਿਣ, ਤਾਂ ਕਿ ਉਹ ਸਾਡਾ ਕੁਝ ਮਸਲਾ ਹੱਲ ਕਰ ਸਕਣ। ਸਾਨੂੰ ਉਹ ਇਸ ਚੀਜ਼ ਦਾ ਬੜਾ ਕੀਨਤ ਮਾਣ ਹੈ ਕਿ ਗੁਰੂ ਮਹਾਰਾਜ ਨੇ ਸਾਡੀ ਜਿਹੜੀ ਉਹ ਅਣਥੱਕ ਸੇਵਾ ਸੀ ਉਹ ਮਹਾਰਾਜ ਨੇ ਪ੍ਰਵਾਨ ਕਰਕੇ ਸਾਨੂੰ ਇੱਥੇ ਗੁਰਦੁਆਰੇ ਵਾਸਤੇ ਜਗ੍ਹਾ ਅਲਾਟ ਕਰਵਾਈ। ਉਹ ਫਿਰ ਸੈਂਟਰ ਗੌਰਮੈਂਟ ਜਦੋਂ ਇੱਥੇ ਯੂਟੀ ਬਣੀ ਕਸ਼ਮੀਰ ਦੇ ਵਿੱਚ, ਤੇ ਯੂਟੀ ਦੇ ਵਿੱਚ ਸਾਡਾ ਜਿਹੜਾ ਹੈ ਉਹ ਗੌਰਮੈਂਟ ਨੇ ਸਾਨੂੰ ਇੱਥੇ ਸਮਾਰਟ ਸਿਟੀ ਬਣਾਈ। ਸਮਾਰਟ ਸਿਟੀ ਦੇ ਅਗੇਂਸਟ ਸਾਨੂੰ ਗੌਰਮੈਂਟ ਨੇ ਕਿਹਾ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਲਈ ਜਗ੍ਹਾ ਦਿੱਤੀ ਜਾਏਗੀ ਔਰ ਗੁਰਦੁਆਰਾ ਸਾਹਿਬ ਲਈ ਤੁਹਾਨੂੰ ਪੈਸਾ ਵੀ ਦਿੱਤਾ ਜਾਏਗਾ, ਤੁਸੀਂ ਗੁਰਦੁਆਰਾ ਸਾਹਿਬ ਬਣਾਓ। ਤੇ ਅਸੀਂ ਇਹ ਜਗ੍ਹਾ ਜਿਹੜੀ ਹੈ ਫਿਰ ਸਾਨੂੰ ਸੈਂਟਰ ਗੌਰਮੈਂਟ ਨੇ ਅਲਾਟ ਕਰਵਾਈ। ਇੱਥੇ ਡੀਸੀ ਸਾਹਿਬ ਆਏ ਸਨ, ਇੱਥੇ ਦੇ ਕੀ ਨਾਂ ਆਪਣਾ ਨੰਗਾਲੀ ਸਾਹਿਬ ਡੀਸੀ ਸੀ, ਉਹ ਗੁਰੂ ਘਰ ਨੂੰ ਬਹੁਤ ਮੰਨਦਾ ਸੀ। ਉਹ ਇੱਥੇ ਡੀਸੀ ਸ੍ਰੀਨਗਰ ਆਇਆ ਸੀ, ਉਸ ਨੂੰ ਫਿਰ ਗੌਰਮੈਂਟ ਨੇ ਇੱਕ ਮੈਸੇਜ ਦਿੱਤੀ ਕਿ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਦਾ ਜਿਹੜੀ ਉਸਾਰੀ ਹੈ ਉਹ ਕਰਾਓ ਕਿਸੇ ਤਰੀਕੇ ਨਾਲ। ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦੇ ਹੋ? ਆਖਿਆ ਹਾਂ ਜੀ ਅਸੀਂ ਬਣਾਉਣਾ ਚਾਹੁੰਦੇ ਹਾਂ। ਅਸਾਂ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਕਿ ਬਈ ਅਸੀਂ ਗੌਰਮੈਂਟ ਦੇ ਨਾਲ ਲਾਵਾਂਗੇ, ਜਿਸ ਤਰ੍ਹਾਂ ਦੀ ਵੀ ਗੌਰਮੈਂਟ ਸਾਨੂੰ ਕਹੇਗੀ ਉਸ ਤਰ੍ਹਾਂ ਕਰਾਂਗੇ। ਉਹਨਾਂ ਨੇ ਫਿਰ ਇਹ ਗੁਰਦੁਆਰਾ ਸਾਡਾ 12 ਮਰਲੇ ਜ਼ਮੀਨ ਸਾਨੂੰ ਗੌਰਮੈਂਟ ਨੇ ਕਿਹਾ ਸੀ ਅਸੀਂ ਦਵਾਵਾਂਗੇ ਤੁਹਾਨੂੰ, ਤੇ ਲੇਕਿਨ 12 ਮਰਲੇ ਦੀ ਬਜਾਏ ਉਹ ਮੁਸਲਮਾਨ ਨੇ ਨਹੀਂ ਦਿੱਤੀ ਜਗ੍ਹਾ, ਜਿਸ ਦੀ ਵਜ੍ਹਾ ਨਾਲ ਸਾਨੂੰ ਉਹ ਕਹਿਣ ਲੱਗਾ ਮੈਂ 7 ਮਰਲੇ ਦਿਆਂਗਾ, ਉਸ ਤੋਂ ਜ਼ਿਆਦਾ ਨਹੀਂ ਦਿਆਂਗਾ। 7 ਮਰਲੇ ਜ਼ਮੀਨ ਉਹਨਾਂ ਨੇ ਸਾਨੂੰ ਦਿੱਤੀ, ਜਿਸ ਦੀ ਵਜ੍ਹਾ ਕਰਕੇ ਫਿਰ ਇਹ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ ਅਸੀਂ। ਤੇ ਗੌਰਮੈਂਟ ਨੇ ਸਮਾਰਟ ਸਿਟੀ ਦੇ ਅੰਡਰ ਜਿਹੜਾ ਉਹ ਪੈਸਾ ਸਾਨੂੰ ਅਲਾਟ ਕੀਤਾ, ਠੇਕੇਦਾਰ ਦਿੱਤਾ ਸਾਨੂੰ ਜਿਹੜਾ ਗੁਰਦੁਆਰਾ ਸਾਹਿਬ ਬਣਾਉਣ ਲਈ। ਤੇ ਉਹ ਅਸੀਂ ਅੱਜ 3 ਸਾਲ ਤੋਂ ਗੁਰਦੁਆਰਾ ਸਾਹਿਬ ਦਾ ਜਿਹੜਾ ਬਿਲਡਿੰਗ ਹੈ ਉਹ ਅਸੀਂ ਬਣਾਉਂਦੇ ਰਹੇ। ਗੌਰਮੈਂਟ ਨਾਲ ਅਸੀਂ ਪੂਰਾ ਇਤਫਾਕ ਰੱਖਿਆ, ਸਮਾਰਟ ਸਿਟੀ ਵਾਲਿਆਂ ਨਾਲ ਪੂਰਾ ਇਤਫਾਕ ਰੱਖਿਆ, ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ, ਜਿਸ ਦੀ ਵਜ੍ਹਾ ਕਰਕੇ ਫਿਰ ਉਹ ਗੁਰਦੁਆਰਾ ਸਾਹਿਬ ਹੁਣ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਹੈ ਗੁਰਦੁਆਰਾ ਸਾਹਿਬ ਸਾਡਾ ਬਿਲਕੁਲ ਪੂਰਾ ਤਿਆਰ ਹੋ ਚੁੱਕਾ ਹੈ। ਤੇ ਗੁਰਦੁਆਰਾ ਸਾਹਿਬ ਦੀ ਅਸੀਂ ਇਨਾਗਰੇਸ਼ਨ ਵੀ ਕਰ ਛੱਡੀ ਹੈ, ਤੇ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ।